ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸਿਮਰਨਜੋਤ ਸਿੰਘ ਮੱਕੜ। ਅੱਜ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੇ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਅਰਵਿੰਦ ਕੇਜਰੀਵਾਲ ਹੋਣਾ ਦੇ ਨਾਲ ਵੀਡੀਓ ਕਾਨਫਰੰਸਿੰਗ ਤੇ ਗੱਲਬਾਤ ਕੀਤੀ। ਬੜਾ ਇੱਕ ਇੰਪੋਰਟੈਂਟ ਜਿਹਦੇ ਵਿੱਚ ਇੱਕ ਜਿਹੜਾ ਮੈਸੇਜ ਹੈ ਉਹ ਇਹ ਹੋਇਆ, ਇੱਕ ਕਲੈਰਿਟੀ ਜਿਹੜੀ ਹੈ ਮੈਸੇਜ ਦੀ। ਅਰਵਿੰਦ ਕੇਜਰੀਵਾਲ ਨੇ ਸਪਸ਼ਟ ਕਹਿਤਾ ਕਿ ਕੋਈ ਵੀ MLA ਅਫਸਰ ਲਵਾਉਣ ਖਾਤਰ, SSP ਲਾਉਣ ਖਾਤਰ, ਪੁਲਿਸ ਵਾਲੇ ਲਾਉਣ ਖਾਤਰ, ਬਿਊਰੋਕਰੈਟਸ ਨੂੰ ਆਪਦੇ ਜਿਹੜੇ ਹੈ ਉਹ ਹਲਕਿਆਂ 'ਚ ਲਵਾਉਣ ਖਾਤਰ ਜੇ ਕਿਸੇ ਮੰਤਰੀ ਜਾਂ ਕਿਸੇ ਨੂੰ ਅਪਰੋਚ ਕਰੂਗਾ ਤਾਂ ਉਹ ਇਸ ਗੱਲ ਦੇ ਉੱਤੇ ਜਿਹੜਾ ਖਬਰਦਾਰ ਹੈ ਔਰ ਇਹ ਬਰਦਾਸ਼ਤ ਨਹੀਂ ਹੋਊਗਾ। ਹੁਣ ਇਹਨੂੰ ਤੁਸੀਂ ਜਿਵੇਂ ਜਿਸ ਦਿਨ ਦੀ ਸਰਕਾਰ ਬਣੀ ਹੈ, ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਤਾਂ ਪਹਿਲਾਂ ਵੀ ਬਿਫੋਰ ਇਲੈਕਸ਼ਨਸ ਵੀ ਟ੍ਰੈਡੀਸ਼ਨਲ ਤਰੀਕੇ ਨਾਲ ਸੋਚਿਆ ਜਾ ਰਿਹਾ ਸੀ, ਕਿਉਂਕਿ ਜਿੰਨੇ ਐਨਾਲਿਸਟ ਨੇ ਜਾਂ ਜਿੰਨੇ ਜਰਨਲਿਸਟ, ਜਿੰਨੇ ਪੋਲੀਟੀਕਲ ਪੰਡਿਤਸ, ਜਿੰਨੇ ਸਾਰੇ ਲੋਕ ਸੀ, ਇਹ ਇਲੈਕਸ਼ਨ ਨੂੰ ਬੜੇ ਰਵਾਇਤੀ ਤਰੀਕੇ ਦੇ ਨਾਲ ਅਪਰੋਚ ਕੀਤਾ। ਰਵਾਇਤੀ ਤਰੀਕਾ ਕਿਵੇਂ ਸੀ ਕਿ ਤੁਸੀਂ ਕਾਸਟ ਬੇਸਡ ਪੋਲਿਟਿਕਸ ਜਿਹੜੀ ਕਰਦੇ ਸੀਗੇ, ਜਾਂ ਤੁਸੀਂ ਹਲਕਿਆਂ ਦੇ ਵਿੱਚ ਫਲਾਣੇ ਹਲਕੇ 'ਚ ਹਿੰਦੂ ਵੋਟ ਬੈਂਕ ਹੈ, ਉੱਥੇ ਸਿੱਖ ਵੋਟ ਬੈਂਕ ਹੈ, ਉੱਥੇ ਜੱਟ ਵੋਟ ਬੈਂਕ ਹੈ, ਉੱਥੇ ਜਿਵੇਂ ਕਾਂਗਰਸ ਨੇ ਕਿਹਾ ਕਿ ਚੰਨੀ ਫੈਕਟਰ ਦੁਆਬੇ 'ਚ ਚੱਲਿਆ, ਉਹਨਾਂ ਨੂੰ ਲੱਗਿਆ ਕਿ ਦੁਆਬਾ ਜਿਹੜਾ ਉਹ ਦਲਿਤ ਭਾਈਚਾਰੇ ਦੀ ਗਿਣਤੀ ਜ਼ਿਆਦਾ ਹੈ ਤਾਂ ਉੱਥੇ ਚੰਨੀ ਫੈਕਟਰ ਚੱਲਿਆ। ਸੋ ਉਹ ਇੱਕ ਟ੍ਰੈਡੀਸ਼ਨਲ ਵੇ ਆਫ ਥਿੰਕਿੰਗ ਸੀਗਾ ਬਿਫੋਰ ਇਲੈਕਸ਼ਨਸ। ਹੁਣ ਜਦੋਂ ਸਰਕਾਰ ਬਦਲੀ ਤਾਂ ਕੀ ਹੋਇਆ? ਸਰਕਾਰ ਬਦਲਣ ਤੋਂ ਬਾਅਦ ਵੀ ਸਾਰਿਆਂ ਦਾ ਉਹੀ ਟ੍ਰੈਡੀਸ਼ਨਲ ਥਾਟ ਪ੍ਰੋਸੈਸ ਚੱਲਿਆ। ਮਿਸਾਲ ਦੇ ਤੌਰ ਤੇ ਜਦੋਂ ਕੈਬਨਿਟ ਬਣਨੀ ਸੀ ਤਾਂ ਸਾਰਿਆਂ ਨੂੰ ਲੱਗਿਆ ਕਿ ਕੈਬਨਿਟ ਜਿਹੜੀ ਹੈ ਉਹਦੇ 'ਚ ਅਮਨ ਅਰੋੜਾ, ਬਲਜਿੰਦਰ ਕੌਰ ਜਾਂ ਫਿਰ ਸਰਬਜੀਤ ਕੌਰ ਮਾਣੂਕੇ ਜਾਂ ਕੁਲਤਾਰ ਸਿੰਘ ਸੰਧਵਾ, ਇਹਨਾਂ ਦੇ ਜਾਂ ਪ੍ਰਿੰਸੀਪਲ ਬੁੱਧ ਰਾਮ, ਇਹਨਾਂ ਦੇ ਨਾਮ ਹੀ ਨਹੀਂ ਆਏ। ਸਾਰਿਆਂ ਦੇ ਜ਼ਿਹਨ ਦੇ ਉੱਤੇ ਸਵਾਲ ਹੋਇਆ। ਜਿਵੇਂ ਅੱਜ ਰੋੜਵੰਸ਼ ਬਰਾਦਰੀ ਅਬੋਹਰ ਦੇ ਵਿੱਚ ਇੱਕ ਉਹਨਾਂ ਨੇ ਪ੍ਰੈਸ ਕਾਨਫਰੰਸ ਰੱਖੀ ਹੈ ਕਿ ਅਮਨ ਅਰੋੜਾ ਰੋੜਿਆਂ ਦਾ ਤੇ ਉਹਨੂੰ ਮੰਤਰੀ ਬਣਾਇਆ ਜਾਵੇ। ਸਿਮਿਲਰਲੀ ਇਸ ਥਾਟ ਦੇ ਨਾਲ ਜਿਹੜਾ ਇਹਦੀ ਰਿਪੋਰਟਿੰਗ ਵੀ ਇਸੇ ਤਰੀਕੇ ਨਾਲ ਹੋਈ। ਜਿਵੇਂ ਕੱਲ ਮੈਂ ਦੇਖ ਰਿਹਾ ਸੀ ਇੱਕ ਚੈਨਲ ਤੇ ਰਿਪੋਰਟ ਹੋ ਰਿਹਾ ਸੀਗਾ ਕਿ 5 ਜੱਟ ਸਿੱਖ ਚਿਹਰੇ ਮੰਤਰੀ ਬਣਾਤੇ। ਹੁਣ ਇਹ ਹੈ ਕਿ ਟ੍ਰੈਡੀਸ਼ਨਲ ਵੇ ਆਫ ਅਪਰੋਚਿੰਗ ਜਿਹੜਾ ਉਹ ਇਸ ਪੋਲੀਟੀਕਲ ਪ੍ਰੋਸੈਸ ਨੂੰ ਬੜੇ ਟ੍ਰੈਡੀਸ਼ਨਲ ਵੇ ਦੇ ਨਾਲ ਸੋਚਿਆ ਜਾ ਰਿਹਾ। ਹੁਣ ਜਦੋਂ ਆਮ ਆਦਮੀ ਪਾਰਟੀ ਦੀ ਇਸ ਅਪਰੋਚ ਨੂੰ ਰਿਪੋਰਟ ਕਰਨਾ ਹੈ ਜਾਂ ਉਹਨੂੰ ਸਮਝਣਾ ਹੈ ਜਾਂ ਉਹਦੇ ਬਾਰੇ ਐਨਾਲਿਸਿਸ ਕਰਨਾ ਹੈ, ਤਾਂ ਮੈਨੂੰ ਲੱਗਦਾ ਕਿ ਸਾਨੂੰ ਸੋਚਣਾ ਵੀ ਨਵੇਂ ਤਰੀਕੇ ਨਾਲ ਪਊਗਾ। ਜਿਵੇਂ ਇੱਕ ਬੜੀ ਵਧੀਆ ਗੱਲ ਕੱਲ ਕਿਸੇ ਨੇ ਕਹੀ ਕਿ ਅੱਗੇ ਨਾ SSP ਲਾਉਣ ਦੇ ਪੈਸੇ ਹੁੰਦੇ ਸੀਗੇ। ਜਿਵੇਂ ਜ਼ਿਲ੍ਹਿਆਂ ਦੇ ਵਿੱਚ ਕੀ ਸੀਗਾ, ਹਰੇਕ ਜ਼ਿਲ੍ਹੇ ਦਾ ਰੇਟ ਹੈ, ਮੁਹਾਲੀ ਦਾ ਆਹ ਰੇਟ ਹੈ, ਚੰਡੀਗੜ੍ਹ ਦਾ ਆਹ ਰੇਟ ਹੈ। ਜਿਵੇਂ ਚੰਡੀਗੜ੍ਹ ਤਾਂ ਚਲੋ ਡਿਫਰੈਂਟ ਰਹਿ ਗਿਆ, ਜਲੰਧਰ ਦੇ ਕਮਿਸ਼ਨਰੇਟ 'ਚ ਕਮਿਸ਼ਨਰ ਜਾਣਾ ਤਾਂ ਇੱਦਾਂ ਕਿਹਾ ਜਾਂਦਾ ਸੀ ਵੀ ਰੇਟਸ ਤੈਅ ਹੁੰਦੇ ਸੀਗੇ। ਤੇ ਜਿਹੜੇ ਲਾਇਜ਼ਨਿੰਗ ਵਾਲੇ ਲੋਕ ਸੀਗੇ ਸਰਕਾਰਾਂ ਦੇ ਵਿੱਚ, ਉਹ ਮੋਟਾ ਪੈਸਾ ਇਹਦੇ 'ਚੋਂ ਕਮਾ ਕੇ ਤੇ ਫਿਰ ਹਰੇਕ MLA ਆਪਦੇ ਜਾਂ ਜ਼ਿਲ੍ਹਿਆਂ ਦੇ ਵਿੱਚ ਆਪਦੇ ਹਿਸਾਬ ਤੇ SSP ਲਵਾਉਂਦੇ ਰਹੇ ਵੀ ਜੀ ਫਲਾਨਾ ਜ਼ਿਲ੍ਹਾ, ਜਿਵੇਂ ਬਠਿੰਡਾ ਜ਼ਿਲ੍ਹਾ ਹੈ ਜੀ, ਉੱਥੇ ਫਲਾਨਾ SSP ਲੱਗੇ। ਤਾਂ ਹੁਣ ਜਦੋਂ ਇਹ ਗੱਲ ਸਰਕਾਰ ਨਵੀਂ ਬਣੀ ਤਾਂ ਫਿਰ ਉਹ ਸਾਰੇ ਲੋਕਾਂ ਨੇ ਉਸੇ ਤਰੀਕੇ ਨਾਲ ਹੀ ਸੋਚਣਾ ਸ਼ੁਰੂ ਕੀਤਾ। ਜਿਹੜੇ ਲਾਇਜ਼ਨਿੰਗ ਵਾਲੇ ਲੋਕ ਹੁੰਦੇ ਆ ਉਹਨਾਂ ਨੇ ਪੈਸੇ ਪੱਖੋਂ ਇਹ ਸੋਚਣਾ ਵੀ ਯਾਰ ਕੰਮ ਕਢਾਉਣੇ ਆ। ਜਿਵੇਂ ਰੇਤੇ ਦਾ ਕੰਮ ਕਿਹਦੇ ਕੋਲੇ ਹੁੰਦਾ ਸੀ, ਹੁਣ ਕਿਹਦੇ ਕੋਲ ਜਾਊਗਾ। ਐਡ ਦਾ ਜਿਹੜਾ ਧੰਦਾ ਹੈ, ਜਿਹੜਾ ਆ ਯੂਨੀਪੋਲਸ ਤੇ ਸਾਰੇ ਪੂਰੇ ਪੰਜਾਬ 'ਚ ਲੱਗਦੇ ਆ, ਇਹ ਇੱਕ ਧੰਦਾ। ਹਾਂਜੀ, ਉਹ ਵਿੱਚੋਂ ਨੈਟਵਰਕ ਇਸ਼ੂਜ਼ ਆ ਗਏ ਸੀ। ਸੋ ਸਿਮਿਲਰਲੀ ਮੈਂ ਕਹਿ ਰਿਹਾ ਸੀਗਾ ਜਿਵੇਂ ਐਡਵਰਟਾਈਜ਼ਮੈਂਟ ਦਾ ਇੱਕ ਮਾਫੀਆ ਹੈ ਪੰਜਾਬ ਦੇ ਵਿੱਚ ਸੀਗਾ, ਉਸੇ ਤਰ੍ਹਾਂ ਬਹੁਤ ਸਾਰੇ ਨੇ, ਬਹੁਤ ਤਰ੍ਹਾਂ ਦੇ ਮਾਫੀਏ ਨੇ, ਕੋਈ ਇੱਕ ਨਹੀਂ ਹੈ, ਬਹੁਤ ਤਰ੍ਹਾਂ ਦੇ ਮਾਫੀਏ ਨੇ ਜਿਹਦੇ ਉੱਤੇ ਕੰਟਰੋਲ ਰਹਿੰਦਾ ਹੈ। ਔਰ ਹਰੇਕ ਹਲਕੇ ਦੇ ਵਿੱਚ, ਜਿਵੇਂ ਮੈਂ ਤੁਹਾਨੂੰ ਦੱਸਦਾ, ਲੋਟਰੀ ਦਾ ਮਾਫੀਆ ਹੈ ਪੂਰੇ ਪੰਜਾਬ 'ਚ। ਇਲੀਗਲ ਲੋਟਰੀ, ਇਲੀਗਲ ਜੂਆ ਜਿਹੜਾ ਉਹ ਸ਼ਹਿਰਾਂ 'ਚ ਚੱਲਦਾ ਔਰ ਉਹਦੇ
ਨੈਕਸਸ ਨੇ ਉਹਦੇ ਪੈਸੇ ਜਿਹੜੇ ਉਹ ਪਹੁੰਚਦੇ ਹੁੰਦੇ ਆ, ਤੇ ਉਹ ਹਰੇਕ ਗੱਲ ਦਾ ਰੇਟ ਸੀਗਾ। ਤਾਂ ਹੁਣ ਕੀ ਹੋ ਰਿਹਾ, ਹੁਣ ਵੀ ਲੋਕ ਇਸੇ ਤਰੀਕੇ ਦੇ ਨਾਲ ਕਾਲ ਕਰਕੇ ਚਰਚਾ ਕਰਦੇ ਆ ਵੀ ਬਾਈ ਜੀ ਤੁਹਾਨੂੰ ਕੀ ਲੱਗਦਾ ਹੈ ਕੀ ਫਿਰ ਕੀ ਹੋਊਗਾ। ਜਿਹੜੇ MLAs ਜਿਹੜੇ ਕੈਬਨਿਟ ਵੀ ਬਣੀ, ਤੁਸੀਂ ਦੇਖੋ ਟ੍ਰੈਡੀਸ਼ਨਲ ਵੇ ਦੇ ਨਾਲ ਨਹੀਂ ਚੁਣੀ ਗਈ, ਉਹ ਸਰਪ੍ਰਾਈਜ਼ ਹੋ ਗਿਆ। ਪੋਰਟਫੋਲੀਓਜ਼ ਵੀ ਇੱਕ ਸਰਪ੍ਰਾਈਜ਼ ਹੋਊਗਾ, ਚਲੋ ਉਹ ਤਾਂ ਮਿਲਣਾ ਹੀ ਹੈ ਕਿਸੇ ਨਾ ਕਿਸੇ ਨੂੰ। ਪਰ ਮੈਂ ਕੱਲ ਵੀ ਇਹ ਗੱਲ ਲਿਖੀ ਸੀ ਕਿ ਹਰਿਆਣੇ ਵਾਲੇ ਵੀ ਜਿਹੜੇ ਪੋਲੀਟੀਕਲ ਲੀਡਰਸ ਹੈ, ਬੜਿਆਂ ਨਾਲ ਮੇਰੀ ਗੱਲ ਹੁੰਦੀ ਹੈ, ਉਹ ਵੀ ਟ੍ਰੈਡੀਸ਼ਨਲ ਵੇ ਨਾਲ ਸੋਚ ਰਹੇ ਆ ਵੀ ਇੱਥੇ ਇਹ ਫੈਕਟਰ, ਜਾਟ ਫੈਕਟਰ, ਪੰਜਾਬੀ ਫੈਕਟਰ। ਤਾਂ ਜਦੋਂ ਜਿਵੇਂ ਹੁਣ ਪੰਜਾਬ ਦੇ ਵਿੱਚ ਇਹ ਲਹਿਰ ਚੱਲੀ ਤਾਂ ਉੱਥੇ ਫੈਕਟਰਸ ਕੰਮ ਨਹੀਂ ਕੀਤੇ। ਕੱਲ ਇੱਕ ਕਿਸੇ ਵੱਡੇ ਲੀਡਰ ਨੇ ਕਿਹਾ ਕਿ ਜਿਹੜਾ ਮੈਨੂੰ ਹਰਾ ਗਿਆ ਨਾ ਉਹਨੂੰ ਮੈਂ ਕੀੜੀ ਸਮਝਦਾ ਸੀ। ਮੈਂ ਕਿਹਾ ਤਾਂ ਹੀ ਤੁਸੀਂ ਹਾਰ ਗਏ, ਤੁਸੀਂ ਬੰਦਿਆਂ ਨੂੰ ਕੀੜੀਆਂ ਮਕੌੜੇ ਸਮਝਣ ਲੱਗ ਗਏ। ਤਾਂ ਇਹ ਬਹੁਤ ਇੰਪੋਰਟੈਂਟ ਫੈਕਟਰ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਦੀ ਵਰਕਿੰਗ ਸਮਝ ਨਹੀਂ ਆਉਣੀ। ਦੂਜੀ ਗੱਲ ਇਹ ਹੈ ਕਿ ਫਲॉज ਤਾਂ ਹੋਣਗੇ, ਇਹ ਨਹੀਂ ਹੈ ਕਿ ਓਵਰਨਾਈਟ ਚੀਜ਼ਾਂ, ਕੋਈ ਇਹ ਤਵਾ ਪੁੱਠਾ ਕਰਕੇ ਤਾਂ ਰੱਖਣਾ ਨਹੀਂਗਾ ਕਿ 10 ਤਰੀਕ ਨੂੰ ਤਵਾ ਪੁੱਠਾ ਕਰਕੇ ਰੱਖਿਆ ਗਿਆ ਤੇ ਤੁਸੀਂ ਸੋਚੋ ਵੀ ਕੁਝ ਬਦਲ ਗਿਆ ਇੱਕਦਮ। ਜਿਵੇਂ ਇੱਕ ਵੀਰ ਹੁਣੇ ਮੈਂ ਕਿ ਹਸਪਤਾਲਾਂ 'ਚ ਪਹਿਲਾਂ ਵੀ ਇਹੀ ਹੁੰਦਾ ਸੀ, ਹੁਣ ਵੀ ਇਹੀ ਹੁੰਦਾ। ਦੇਖੋ ਇਹ ਤਾਂ ਜਿਹੜੀ ਇਹ ਟਰਾਂਸਫੋਰਮੇਸ਼ਨ ਹੈ, ਬੰਦੇ ਤਾਂ ਉਹੀ ਨੇ ਕੰਮ ਕਰਨ ਵਾਲੇ, ਅਫਸਰ ਉਹੀ ਨੇ, ਆਦਤਾਂ ਪਈਆਂ। ਉਹ ਅਫਸਰਾਂ ਨੂੰ ਵੀ ਇਸ ਵਿਚਾਰ 'ਚ ਆਉਣ ਲੱਗਿਆਂ ਸਮਾਂ ਲੱਗੂਗਾ ਵੀ ਇੱਥੇ ਟ੍ਰੈਡੀਸ਼ਨਲ ਤਰੀਕੇ ਨਾਲ ਕੰਮ ਨਹੀਂ ਹੋਣਾਗਾ। ਉਹ ਜਿੰਨੀ ਇੱਕ ਨੈਕਸਸ ਬਣੇ ਉਹਨਾਂ ਨੂੰ ਟੁੱਟਣ ਤੇ ਸਮਾਂ ਲੱਗਦਾ ਕਿ ਯਾਰ ਇਦਾਂ ਨਹੀਂ ਹੈ। ਹੁਣ ਵੀ ਬੜੇ ਸਾਰੇ ਪੁਲਿਸ ਅਧਿਕਾਰੀ ਇਹ ਸੋਚ ਰਹੇ ਹੋਣੇ ਆ ਵੀ ਯਾਰ ਮੇਰੀ ਫਲਾਨੀ ਥਾਂ ਪੋਸਟਿੰਗ ਹੋ ਜਾਏ, ਬੰਦਾ ਦੱਸੋ ਜੀ, ਮੈਂ ਭਗਵੰਤ ਮਾਨ ਦੇ ਨੇੜੇ ਬੰਦਾ ਲੱਭ ਲਾਂ ਜਾਂ ਮੈਂ ਰਾਘਵ ਚੱਡਾ ਦੇ ਨੇੜੇ ਬੰਦਾ ਲੱਭ ਲਾਂ ਤੇ ਮੈਂ ਆਪਦਾ ਜਿਵੇਂ ਪਹਿਲਾਂ ਸਮਾਨ ਦਿੰਦੇ ਜੀ, ਇਹ ਰੁਪਈਏ ਕਹਿ ਕੇ ਬੁਲਾਉਂਦੇ ਆ, ਜਿਵੇਂ ਵੀ ਇੰਨੇ ਰੁਪਈਏ ਸਮਾਨ ਦੇ ਦਿਓ ਜੀ ਤੇ ਉਹ ਦੇ ਕੇ ਤੇ ਸਾਡੀ ਪੋਸਟਿੰਗ ਹੋ ਜੂਗੀ, ਜਿਵੇਂ ਪਹਿਲਾਂ ਹੁੰਦੀਆਂ ਰਹੀਆਂ ਹੋਣਗੀਆਂ ਚੀਜ਼ਾਂ ਜਾਂ ਹੁੰਦੀਆਂ ਰਹੀਆਂ ਨੇ। ਹੁਣ ਉਹ ਅਰਵਿੰਦ ਕੇਜਰੀਵਾਲ ਨੇ ਜੋ ਕੱਲ ਕਿਹਾ, ਉਹ ਬੜਾ ਸਪਸ਼ਟ ਰੂਪ ਦੇ ਵਿੱਚ ਇੱਕ ਵੱਡਾ ਮੈਸੇਜ ਪੰਜਾਬ 'ਚ ਕਿਹਨੂੰ ਦਿੱਤਾ, ਉਹਨਾਂ ਨੇ ਆਪਦੇ ਹੀ MLAs ਨੂੰ ਦਿੱਤਾ। ਇਹ ਵੀ ਅਸੀਂ ਜਾਣਦੇ ਹਾਂ ਦਿੱਲੀ ਦੇ ਵਿੱਚ ਇੱਕ ਦੋ MLAs ਇਹਨਾਂ ਨੇ ਆਪਦੇ ਜਿਹੜੇ ਉਹ ਝਟਕਾਏ ਵੀ। ਤਾਂ ਇਹ ਵੀ ਪੋਸੀਬਿਲਿਟੀ ਹੈ ਵੀ ਕੱਲ ਨੂੰ ਪਤਾ ਲੱਗੇ ਕਿ ਸਾਲ ਡੂਢ ਦੇ ਅੰਦਰ ਆਪਦਾ ਕੋਈ ਕੈਬਨਿਟ ਮੰਤਰੀ ਜਾਂ MLA ਪਤਾ ਲੱਗੇ ਇਹਨਾਂ ਨੇ ਪਾਰਟੀ 'ਚੋਂ ਹੀ ਕੱਢ ਕੇ ਬਾਹਰ ਮਾਰਿਆ, ਕਿਉਂਕਿ ਗਿਣਤੀ ਬੜੀ ਜ਼ਿਆਦਾ ਹੈ। ਹੁਣ 92 ਦੀ ਗਿਣਤੀ ਹੈ, ਸਰਕਾਰ ਡਿੱਗਣ ਦਾ ਕੋਈ ਖਤਰਾ ਨਹੀਂ। ਔਰ ਜਿਹੜੇ ਬੰਦੇ ਤੁਸੀਂ ਇਹ ਸੋਚੋ ਪੁਰਾਣੇ ਲੀਡਰ ਸੀਗੇ ਜਿਹਦੀ ਚਰਚਾ ਅੱਜ ਪੂਰੇ ਪੰਜਾਬ 'ਚ ਹੋ ਰਹੀ ਹੈ, ਉਹ ਪੁਰਾਣੇ ਲੀਡਰਸ ਕਿਉਂ ਨਹੀਂ ਬਣਾਏ ਗਏ, ਇਹ ਹਰ ਬੰਦਾ ਕੁਐਸਚਨ ਕਰ ਰਿਹਾ। ਤਾਂ ਇਹ ਟ੍ਰੈਡੀਸ਼ਨਲ ਵੇ ਆਫ ਥਿੰਕਿੰਗ ਹੈ। ਆਪਾਂ ਨੂੰ ਲੱਗਦਾ ਸੀ ਕਿ ਯਾਰ ਆ 4 ਜਾਂ 5 ਤਾਂ ਬਣੇ ਹੀ ਬਣੇ ਆ, ਹਰਪਾਲ ਚੀਮਾ ਦੇ ਨਾਲ ਕੁਲਤਾਰ ਸੰਧਵਾ, ਅਮਨ ਅਰੋੜਾ, ਬਲਜਿੰਦਰ ਕੌਰ, ਸਰਬਜੀਤ ਕੌਰ ਮਾਣੂਕੇ, ਪ੍ਰਿੰਸੀਪਲ ਬੁੱਧਰਾਮ, ਇਹ ਤਾਂ ਡਿਜ਼ਰਵਿੰਗ ਨੇ। ਇਹ ਦੂਜੀ ਵਾਰ MLA ਬਣ ਰਹੇ ਨੇ, ਪਾਰਟੀ ਦੇ ਸੀਨੀਅਰ ਨੇ, ਪਾਰਟੀ 'ਚ ਖੜੇ ਰਹੇ ਆ। ਲੇਕਿਨ ਦਿੱਲੀ ਤੋਂ ਇੱਕ ਮੈਸੇਜ ਆਇਆ ਜਾਂ ਪੰਜਾਬ 'ਚ ਬੈਠ ਕੇ ਭਗਵੰਤ ਮਾਨ ਨੇ ਉਹ ਮੈਸੇਜ ਦਿੱਤਾ ਕਿ ਇਹ ਤੁਹਾਡਾ ਸੋਚਣ ਦਾ ਨਜ਼ਰੀਆ ਹੈ, ਅਸੀਂ ਆ ਮੀਤ ਹੇਅਰ ਤੇ ਹਰਪਾਲ ਚੀਮਾ ਤੋਂ ਇਲਾਵਾ ਸਾਰੇ 8 ਨਵੇਂ ਪਾਤੇ ਔਰ ਇਹਨਾਂ ਦੇ ਨਾਲ ਅਸੀਂ ਕੰਮ ਕਰਕੇ ਦਿਖਾਵਾਂਗੇ। ਹੁਣ ਹੋ ਕੀ ਰਿਹਾ, ਹੋ ਇਹ ਰਿਹਾ ਕਿ MLA 'ਚ ਹੁਣ ਇਹ ਬਹੁਤ ਕਲੀਅਰ ਮੈਸੇਜ ਅੱਜ ਅਰਵਿੰਦ ਕੇਜਰੀਵਾਲ ਦੀ ਸਟੇਟਮੈਂਟ ਤੋਂ ਕਿ ਜੇ ਤੁਸੀਂ ਇਹ ਕਹਿ ਕੇ ਫੋਨ ਕਰਿਆ ਕਰੋਗੇ ਵੀ ਬਾਈ ਫਲਾਨਾ SHO ਫਲਾਨਾ ਸਿਓ ਸਾਡੇ ਮੇਰੇ ਹਲਕੇ 'ਚ ਲਾ ਦਿਓ ਜਾਂ SSP ਫਲਾਨਾ ਸਾਡੇ ਜ਼ਿਲ੍ਹੇ 'ਚ ਲਾ ਦਿਓ ਤੇ ਮੈਂ ਇੱਥੋਂ ਦਾ ਵੱਡਾ ਲੀਡਰ ਹਾਂ ਤੇ ਮੈਂ ਜ਼ਿਲ੍ਹਾ ਕੰਟਰੋਲ ਕਰਨਾ ਹੈ, ਇਹ ਉਹਨਾਂ ਨੇ ਮੈਸੇਜ ਦਿੱਤਾ। ਅੱਜ ਵੀ ਉਹ ਨਹੀਂ ਹੋਊਗਾ। ਦੇਖੋ ਜੇ ਤਾਂ ਇਹ ਗੱਲ ਹੁੰਦੀ ਹੈ, ਇਹ ਰੀਅਲ ਚੇਂਜ ਫੇਰ ਹੈ ਕਿ ਜਿਵੇਂ ਅਸੀਂ ਹਮੇਸ਼ਾ ਅਕਾਲੀ ਕਾਂਗਰਸੀਆਂ ਨੂੰ ਕਹਿੰਦੇ ਰਹੇ ਹਾਂ ਕਿ ਠਾਣੇ ਤੁਸੀਂ ਚਲਾਉਂਦੇ ਰਹੇ ਹੋ, ਪੰਜਾਬ ਦੇ ਠਾਣੇ ਪੰਜਾਬ ਦੇ MLA ਚਲਾਉਂਦੇ ਰਹੇ ਆ। ਪਰਚਾ ਕਿਹਦੇ ਤੇ ਕਰਾਉਣਾ ਹੈ, ਕਿਹਦੇ ਤੇ ਨਹੀਂ ਕਰਾਉਣਾ, ਕਿਹਦੇ ਤੇ ਕੈਂਸਲ ਕਰਾਉਣਾ ਹੈ, ਕਿਹਨੂੰ ਚੱਕਣਾ ਹੈ, ਕਿਹਦੀ ਦਰਖਾਸਤ ਦੇਣੀ ਹੈ, ਉਹ MLA ਚਲਾਉਂਦਾ ਰਿਹਾ। ਤਾਂ ਜੇ ਪੁਲਿਸ ਨੂੰ ਫ੍ਰੀ ਹੈਂਡ ਹੋਵੇ ਔਰ ਉੱਤੋਂ ਡੰਡਾ ਹੋਵੇ ਕਿ ਕਰਪਸ਼ਨ ਨਹੀਂ ਕਰਨੀ, ਡਰੱਗ ਕਿਵੇਂ ਨਾ ਫੜਿਆ ਜਾਵੇ ਪੰਜਾਬ 'ਚ, ਕਿਵੇਂ ਨਾ ਡਰੱਗ ਮਾਫੀਆ ਖਤਮ ਹੋਵੇ, ਜੇ ਵਿਧਾਇਕਾਂ ਦੀ ਇੰਟਰਫੇਰੈਂਸ ਬੰਦ ਹੋ ਜੇ ਔਰ ਲਾਅ ਐਂਡ ਆਰਡਰ ਦੇ ਹਿਸਾਬ ਤੇ ਚੱਲੇ ਸਾਰੀ ਸਟੇਟ ਔਰ ਲਾਅ ਜਿਹੜਾ ਉਹ ਮੇਨਟੇਨ ਕੀਤਾ ਜਾਵੇ, ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਜਿਹੜਾ ਟ੍ਰੈਡੀਸ਼ਨਲ ਵੇ ਦੀ ਮੈਂ ਗੱਲ ਕਰ ਰਿਹਾ ਸੀ ਕਿ ਉਹਦੇ ਹਿਸਾਬ ਤੇ ਸੋਚਣਾ ਬੰਦ ਕਰਨਾ ਪਊਗਾ। ਜੇ ਤੁਸੀਂ ਐਨਾਲਿਸਿਸ ਕਰਨਾ ਕਿ ਕੀ ਕਰ ਰਿਹਾ, ਫਿਰ ਤੁਸੀਂ ਕ੍ਰਿਟਿਸਿਜ਼ਮ ਵੀ ਕਰ ਪਾਓਗੇ। ਬੜਾ ਵੇਗ ਜਿਹਾ ਕ੍ਰਿਟਿਸਿਜ਼ਮ ਹੋਊਗਾ ਜੇ ਤੁਸੀਂ ਸਰਕਾਰ, ਦੇਖੋ ਕ੍ਰਿਟਿਸਿਜ਼ਮ ਤਾਂ ਹੋਊਗਾ, ਅੱਜ ਨਹੀਂ ਤਾਂ ਕੱਲ
ਡਿਸੀਜਨਸ ਕੋਈ ਸਹੀ ਜਾਊਗਾ, ਕੋਈ ਗਲਤ ਜਾਊਗਾ, ਕੁਝ ਫੈਸਲਿਆਂ ਦੇ ਉੱਤੇ ਸਵਾਲ ਉੱਠਣਗੇ, ਬੜੀਆਂ ਚੀਜ਼ਾਂ ਹੋਣਗੀਆਂ। ਉਹ ਤਾਂ ਆਬਵੀਅਸ ਜੀ ਗੱਲ ਹੈ, ਇਹ ਤਾਂ ਹੋ ਨਹੀਂ ਸਕਦਾ ਕਿ 5 ਸਾਲ ਸਰਕਾਰ ਤੇ ਕੋਈ ਸਵਾਲ ਹੀ ਨਹੀਂ ਉੱਠੂਗਾ। ਪਰ ਜੇ ਤੁਸੀਂ ਉਸ ਅਪਰੋਚ ਦੇ ਨਾਲ, ਮੈਨੂੰ ਲੱਗਦਾ ਪਰਸਨਲੀ ਕਿ ਜੇ ਤੁਸੀਂ ਸੋਚਦੇ ਹੋ ਤਾਂ ਫਿਰ ਤੁਹਾਡਾ ਐਨਾਲਿਸਿਸ ਜਿਹੜਾ ਉਹ ਠੀਕ ਨਹੀਂ ਜਾਂਦਾ। ਤਾਂ ਤੁਹਾਨੂੰ ਇਹ ਅਪਰੋਚ ਲਿਆਉਣੀ ਪੈਣੀ ਹੈ, ਤੁਹਾਨੂੰ ਇਸ ਤਰ੍ਹਾਂ ਸੋਚਣਾ ਪੈਣਾ ਹੈ ਕਿ ਇਹਨਾਂ ਦਾ ਨਜ਼ਰੀਆ ਜੀ। ਆ ਬਾਈ ਜੀ ਫੜਿਓ ਫੋਨ ਪਲੀਜ਼। ਸੋ ਮੈਨੂੰ ਲੱਗਦਾ ਕਿ ਜਿਵੇਂ ਉਹ ਇਹ ਗੱਲ ਹੈ ਵੀ ਫਲਾਨਾ ਚੇਅਰਮੈਨ ਲਵਾ ਦੇਣਾ, ਫਲਾਨਾ ਆਹ ਕਰ ਦੇਣਾ, ਐਕਸਪੈਕਟਡ ਜੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਨਹੀਂ ਹੋ ਰਹੀਆਂ, ਔਰ ਉਹ ਹੋਣੀਆਂ ਵੀ ਨਹੀਂ ਮੈਨੂੰ ਲੱਗਦਾ। ਔਰ ਬੜਾ ਡਿਸਪਲਿਨਡ ਵੇ ਦੇ ਨਾਲ ਸਿਸਟਮ ਚੱਲੂਗਾ। ਮੈਨੂੰ ਲੱਗਦਾ MLAs ਦੀ ਜਿਹੜੀ ਹੈ ਉਹ ਕੰਮ ਕਰਨ ਤੱਕ ਪਾਵਰ ਸੀਮਤ ਰਹੂਗੀ ਕਿ ਉਹ ਆਪਦੇ ਹਲਕਿਆਂ ਦੇ ਵਿਕਾਸ ਕਰਨ, ਕੰਮ ਕਰਨ, ਬਾਕੀ ਚੀਜ਼ਾਂ 'ਚ ਉਹਨਾਂ ਨੂੰ ਦਖਲਅੰਦਾਜ਼ੀ ਨਹੀਂ ਕਰਨ ਦਿੱਤੀ ਜਾਊਗੀ। ਹੁਣ ਜੇ ਕੋਈ MLA ਸੋਚ ਰਿਹਾ ਵੀ ਉਹਦੇ ਨਾਲ ਮੇਰੀ ਬੇਇੱਜ਼ਤੀ ਹੁੰਦੀ ਹੈ ਜਾਂ ਮੈਂ ਹਿੰਡ ਹੈ ਮੇਰੀ ਵੀ ਮੈਂ ਤਾਂ ਕਰਨਾ ਹੀ ਹੈ, ਤਾਂ ਮੈਨੂੰ ਲੱਗਦਾ ਉਹਦੀ ਅਪਰੋਚ ਵੀ, ਕਿਉਂਕਿ ਬਹੁਤ ਸਾਰੇ ਅਕਾਲੀ ਕਾਂਗਰਸ ਤੋਂ ਆਏ ਹੋਏ MLA ਜਿਹੜੇ ਬਣੇ ਬੰਦੇ, ਤੇ ਜੇ ਉਹ ਇਹ ਗੱਲ ਸੋਚ ਰਹੇ ਤਾਂ ਇਟ ਮੀਨਸ ਕਿ ਉਹਨਾਂ ਦਾ ਵੀ ਜਿਹੜਾ ਨਜ਼ਰੀਆ ਹੈ ਸੋਚਣ ਦਾ ਜਿਹੜਾ ਉਹਨਾਂ ਦਾ, ਉਹ ਉਹਨਾਂ ਨੂੰ ਚੇਂਜ ਕਰਨਾ ਪਊਗਾ। ਬਲਜਿੰਦਰ ਕੌਰ ਨੇ ਇੱਕ ਜਿਵੇਂ ਮੈਸੇਜ ਪਾਇਆ, ਪੋਸਟ ਪਾਈ, ਫਿਰ ਡਿਲੀਟ ਕਰ ਲਈ ਉਸ ਤੋਂ ਬਾਅਦ, ਤੇ ਉਹ ਸਾਰਾ ਹੁਣ ਬੜੇ ਲੋਕ ਇਹ ਪੁੱਛ ਰਹੇ ਕਿ ਇਹਨਾਂ ਨੂੰ MP ਤਾਂ ਨਹੀਂ ਲੜਾਉਣਾ ਕੱਲ ਨੂੰ। ਹੁਣ ਇਹ ਵੀ ਫਿਰ ਉਹੀ ਟ੍ਰੈਡੀਸ਼ਨਲ ਥਾਟ ਹੈ ਸੋਚਣ ਦਾ। ਤਾਂ ਇਹ ਸਾਰਾ ਤਰੀਕਾ ਜਿਹੜਾ ਹੈ, ਇਹ ਜਿਹੜਾ ਨਜ਼ਰੀਆ ਹੈ ਬਦਲਣਾ ਪਊਗਾ। ਇਸੇ ਕਰਕੇ ਤੁਸੀਂ ਇਹਨੂੰ ਨਵੀਂ ਸਰਕਾਰ ਦੱਸ ਰਹੇ ਹੋ। ਕਿੰਨੇ ਕਾਮਯਾਬ ਹੁੰਦੇ ਆ, ਕਿੰਨੀ ਡਿਵੈਲਪਮੈਂਟ, ਕਿੰਨੀ ਚੇਂਜ ਆਉਂਦੀ ਹੈ, ਉਹ ਤਾਂ ਸਮਾਂ ਦੱਸੂਗਾ। ਪਰ ਜਿਹੜੀ ਅਪਰੋਚ ਹੈ ਉਹ ਬੜੀ ਵੱਖਰੀ ਹੈ, ਔਰ ਉਸ ਅਪਰੋਚ ਨੂੰ ਸਮਝਣ ਦੀ ਲੋੜ ਹੈ ਕਿ ਜਿਵੇਂ ਜਿਵੇਂ ਚੀਜ਼ਾਂ ਪਹਿਲਾਂ ਇੰਨੇ ਸਾਲਾਂ ਤੋਂ ਚੱਲਦੀਆਂ ਸੀ, ਬਟ ਆਬਵੀਅਸ ਮੰਨ ਕੇ ਚੱਲਦੇ ਆ ਕਿ ਇਸੇ ਤਰ੍ਹਾਂ ਹੀ ਹੁੰਦਾ ਹੈ। ਇਹੀ ਚੇਅਰਮੈਨੀਆਂ ਵੰਡੀਆਂ ਜਾਂਦੀਆਂ, ਇਹੀ ਕੋਟੇ ਹੁੰਦੇ ਆ, ਇਹੀ ਜਿਵੇਂ ਅੱਗੇ ਆਪਾਂ ਕਹਿੰਦੇ ਸੀ ਇੱਕ ਯੂਥ ਦਾ ਲਾਤਾ, ਇੱਕ ਦਲਿਤ ਦਾ ਲਾਤਾ, ਇੱਕ ਜੱਟ ਸਿੱਖ ਲਾਤਾ ਜੀ, ਇੱਕ ਲੁਧਿਆਣੇ 'ਚੋਂ ਵਪਾਰੀਆਂ ਨੂੰ ਰੈਪਰੈਜ਼ੈਂਟੇਸ਼ਨ ਦੇਣੀ ਹੁੰਦੀ ਹੈ, ਲੁਧਿਆਣੇ 'ਚੋਂ ਲਾਤਾ। ਐਤਕੀ ਲੁਧਿਆਣੇ 'ਚੋਂ ਦੇਖੋ ਤੁਸੀਂ ਮੰਤਰੀ ਨਹੀਂ ਲਾਇਆ ਉਹਨਾਂ ਨੇ। ਤਾਂ ਇਟ ਮੀਨਸ ਕਿ ਕੁਝ ਹੋਰ ਤਰੀਕੇ ਨਾਲ ਸੋਚ ਰਹੀ ਹੈ ਪਾਰਟੀ, ਔਰ ਅਸੀਂ ਪੁਰਾਣੇ ਤਰੀਕੇ ਨਾਲ ਸੋਚ ਰਹੇ ਹਾਂ ਜੋ ਅਕਾਲੀ ਦਲ ਤੇ ਕਾਂਗਰਸ ਵੇਲੇ ਹਮੇਸ਼ਾ ਸੋਚਦੇ ਰਹੇ ਹਾਂ। ਔਰ ਜਿੱਥੋਂ ਤੱਕ ਸਵਾਲ ਹੈ ਕਿ ਅਫਸਰਸ਼ਾਹੀ ਦੇ ਵਿੱਚ ਵੀ ਇਸ ਗੱਲ ਦਾ ਇਹ ਡਰ ਪੈਦਾ ਹੋਣਾ ਬੜਾ ਲਾਜ਼ਮੀ ਹੈ ਕਿ ਤੁਹਾਡੀ ਮਰਜ਼ੀ ਨਹੀਂ ਹੈ ਵੀ ਤੁਸੀਂ 2 ਕਰੋੜ 4 ਕਰੋੜ ਦੇ ਕੇ ਕਿਸੇ ਜ਼ਿਲ੍ਹੇ 'ਚ SSP ਲੱਗ ਜਾਓ ਜਾਂ ਤੁਸੀਂ ਕਿਸੇ ਮਹਿਕਮੇ ਦੇ ਵਿੱਚ ਅਫਸਰ ਲੱਗ ਜਾਓ ਤੇ ਬਾਅਦ 'ਚ ਲੋਕਾਂ ਨੂੰ ਲੁੱਟ ਕੇ ਉਹ ਆਪਦਾ ਪੈਸਾ ਪੂਰਾ ਕਰੋ। ਇਹ ਕੰਮ ਤੁਰੰਤ ਬੰਦ ਹੋਣਾ ਚਾਹੀਦਾ। ਔਰ ਮੈਰਿਟ ਦੇ ਬੇਸਿਸ ਤੇ, ਨਿਰੋਲ ਮੈਰਿਟ ਦੇ ਬੇਸਿਸ ਤੇ ਜਿਹੜੇ ਹੈ ਉਹ ਮਾਫ ਕਰਨਾ ਅਫਸਰ ਹੈ ਜਿਹੜੇ ਉਹ ਲੱਗਣੇ ਚਾਹੀਦੇ, ਚਾਹੇ ਉਹ ਪੁਲਿਸ ਦੇ ਨਾਲ ਸੰਬੰਧਿਤ ਹੋਣ, ਚਾਹੇ ਉਹ ਬਾਕੀ ਐਡਮਿਨਿਸਟ੍ਰੇਸ਼ਨ ਦੇ ਨਾਲ ਸੰਬੰਧਿਤ ਹੋਣ। ਉਹਨਾਂ ਦੀ ਜਿਹੜੀ ਮੈਰਿਟ, ਓਨੈਸਟੀ ਸਭ ਤੋਂ ਵੱਡੀ ਮੈਰਿਟ ਹੋਵੇ ਕਿ ਜਿਹੜੇ ਓਨੈਸਟ ਅਫਸਰ ਨੇ ਉਹ ਮੂਹਰੇ ਲਿਆਂਦੇ ਜਾਣ, ਆਇਡੈਂਟੀਫਾਈ ਕੀਤੇ ਜਾਣ ਕਿ ਇਹ ਬੰਦੇ ਓਨੈਸਟ ਨੇ ਔਰ ਇਹ ਬੰਦੇ ਜਿਹੜੇ ਹੈ ਵਾਕਈ ਪੰਜਾਬ ਦੀ ਸੇਵਾ ਕਰ ਸਕਦੇ ਹੈ। ਸੋ ਇਹ ਮੇਰਾ ਇੱਕ ਥਾਟ ਸੀਗਾ ਕਿ ਇਸ ਤਰੀਕੇ ਦੇ ਨਾਲ ਅਪਰੋਚ ਹੁੰਦੀ ਹੈ, ਇਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸੋਚ ਰਹੀ ਹੈ, ਅਰਵਿੰਦ ਕੇਜਰੀਵਾਲ। ਔਰ ਇੱਕ ਵੱਡਾ ਫੈਕਟਰ ਹੋਰ ਹੈ, ਇੱਥੋਂ ਬੂਹਾ ਖੋਲ੍ਹਣਾ ਆਮ ਆਦਮੀ ਪਾਰਟੀ ਨੇ ਹਿਮਾਚਲ ਦਾ, ਹਰਿਆਣੇ ਦਾ, ਗੁਜਰਾਤ ਦਾ, ਛੱਤੀਸਗੜ੍ਹ ਦਾ, ਇਹਨਾਂ ਸਟੇਟਸ ਦੇ ਵਿੱਚ ਹੁਣ ਅੱਜ ਕੱਲ੍ਹ ਅਰਵਿੰਦ ਕੇਜਰੀਵਾਲ ਜਾਣਗੇ। ਔਰ ਹਿਮਾਚਲ ਦੀਆਂ ਤਾਂ ਮੈਨੂੰ ਪਤਾ ਲੱਗਿਆ ਕਿ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਨੇ, ਦਸੰਬਰ ਦੇ ਨੇੜੇ ਚੋਣਾਂ ਆ ਗਈਆਂ, ਨਵੰਬਰ ਦਸੰਬਰ ਦੇ ਨੇੜੇ। ਔਰ ਹਿਮਾਚਲ ਵੱਲ ਆਮ ਆਦਮੀ ਪਾਰਟੀ ਜਿਹੜੀ ਹੈ ਹੁਣ ਉਹ ਵੱਧ ਰਹੀ ਹੈ। ਹਰਿਆਣੇ ਦੇ ਵਿੱਚ ਪੰਜਾਬ ਦਾ ਅਸਰ ਦੇਖਣ ਨੂੰ ਮਿਲੂਗਾ। ਇਹ ਚਰਚਾਵਾਂ ਜਿਹੜੀਆਂ ਉਹ ਸ਼ੁਰੂ ਹੋਈਆਂ। ਸੋ ਨਵੇਂ ਤਰੀਕੇ ਦੇ ਨਾਲ ਸੋਚ ਕੇ ਕਿ ਜਦੋਂ ਇਸ ਤਰ੍ਹਾਂ ਦੀ ਲਹਿਰ ਆਉਂਦੀ ਹੈ ਤਾਂ ਇਹ ਫੈਕਟਰਲੈਸ ਹੁੰਦੀ ਹੈ, ਇੱਥੇ ਫੈਕਟਰਸ ਕੰਮ ਨਹੀਂ, ਕਾਊਂਟ ਨਹੀਂ ਕਰਦੇ।